ਸਵਾਗਤ ਹੈ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਨਿਊਜ਼ ਤੇ ਮੈਂ ਹਰਕੇ ਸਿੰਘ ਰਾਣਾ ਤੇ ਅੱਜ ਅਸੀਂ ਨੰਗਲ ਦੇ ਵਿੱਚ ਪਹੁੰਚੇ ਤੇ ਨੰਗਲ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਅਜਿਹੇ ਲੜਕੇ ਨਾਲ ਅਜਿਹੇ ਯੁਵਾ ਦੇ ਨਾਲ ਜਿਸ ਨੇ ਨੰਗਲ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਜ਼ਿਲ੍ਹਾ ਰੋਪੜ ਦੀ ਗੱਲ ਕਰਦੇ ਤਾਂ ਜ਼ਿਲ੍ਹਾ ਰੋਪੜ ਦੇ ਵਿੱਚ ਪਹਿਲਾ ਉਹ ਨੌਜਵਾਨ ਹੈ ਜੋ ਨੰਗਲ ਤੋਂ ਬਿਲੋਂਗ ਕਰਦੇ ਹੋਏ एयर फोर्स ਦੇ ਵਿੱਚ ਡਿਸਟ੍ਰਿਕਟ ਰੋਪੜ ਤੋਂ ਪਹਿਲਾ ਫਲਾਈਂਗ ਅਫਸਰ ਬਣਨ ਜਾ ਰਿਹਾ ਹੈ ਜੀ। ਬਿਲਕੁਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਨੰਗਲ ਦੀ ਗੱਲ ਕਰ ਰਿਹਾ, ਮੈਂ ਗੱਲ ਕਰ ਰਿਹਾ ਅਭਿਨਵ ਮਿਸ਼ਰਾ ਦੀ। ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਮੌਜੂਦ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅਭਿਨਵ ਨਾਲ। ਅਭਿਨਵ, ਪੰਜਾਬ ਟੀਵੀ ਤੇ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ। ਥੈਂਕ ਯੂ ਸਰ। ਅਭਿਨਵ, ਗੱਲ ਸ਼ੁਰੂ ਕਰਾਂਗੇ। ਤੁਸੀਂ 에ਅਰ ਫੋਰਸ ਦੇ ਵਿੱਚ ਸਿਲੈਕਸ਼ਨ ਹੋਈ ਹੈ ਤੁਹਾਡੀ, ਫਸਟ ਫਲਾਈਂਗ ਅਫਸਰ ਬਣ ਜਾ ਰਹੇ ਹੋ ਤੁਸੀਂ। ਜ਼ਿਲ੍ਹਾ ਰੋਪੜ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੋ ਪ੍ਰੇਰਿਤ ਕੀਤਾ ਤੁਹਾਨੂੰ ਕਿਹਨਾਂ ਨੇ ਕੀਤਾ ਤੇ ਕਿਸ ਪ੍ਰਕਾਰ ਤੁਹਾਨੂੰ ਆਇਆ ਕਿ ਮੈਂ ਡਿਫੈਂਸ ਵਿੱਚ ਜਾਣਾ ਹੈ? ਸਰ ਮੈਂ LKG ਤੋਂ 10th ਤੱਕ ਆਪਣੀ ਸਕੂਲਿੰਗ BBM BDAV ਪਬਲਿਕ ਸਕੂਲ ਤੋਂ ਕੀਤੀ ਹੈ, ਨੰਗਲ ਤੋਂ। ਤੇ ਸਭ ਤੋਂ ਪਹਿਲਾਂ ਤਾਂ ਮੇਰਾ ਬੇਸ ਉੱਥੋਂ ਦੇ ਟੀਚਰਸ ਨੇ ਬਣਾਇਆ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਧੰਨਵਾਦ ਕਰਨਾ ਚਾਹੂੰਗਾ। ਪ੍ਰਿੰਸੀਪਲ ਸਰ ਸਾਡੇ ਮਿਸਟਰ ਰਣੀਸ਼ ਸ਼ਰਮਾ, ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਤੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ, ਜਿਹਦੇ ਕਾਰਨ ਅੱਜ ਮੈਂ ਇੱਥੇ ਹਾਂ। ਉਸ ਤੋਂ ਬਾਅਦ ਪ੍ਰੇਰਿਤ ਕੀਤਾ ਸਰ 2017 ਦੇ ਵਿੱਚ ਆਲ ਇੰਡੀਆ ਰੈਂਕ 1 ਆਈ ਸੀ ਇੱਕ ਮੁੰਡੇ ਦੀ, ਸ਼ਸ਼ਾਂਕ ਸ਼ਰਮਾ, ਉਹ ਵੀ ਨੰਗਲ ਤੋਂ ਹੀ ਸੀ ਤੇ ਉਹ ਮੇਰੇ ਪਾਪਾ ਦੇ ਫਰੈਂਡ ਦਾ ਮੁੰਡਾ ਹੈ ਤੇ ਉਹਨੇ ਮੈਨੂੰ ਪ੍ਰੇਰਿਤ ਕੀਤਾ ਸੀਗਾ, ਉਹਨੇ ਮੈਨੂੰ ਦੱਸਿਆ ਸੀਗਾ। ਤੇ ਉਹ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਪੜ੍ਹਦਾ ਸੀ ਤੇ ਉਹਨੇ ਮੈਨੂੰ ਅਕੈਡਮੀ ਬਾਰੇ ਦੱਸਿਆ ਸੀ ਤੇ ਉਹਦੇ ਤੋਂ ਮੈਂ ਬਹੁਤ ਜ਼ਿਆਦਾ ਪ੍ਰੇਰਿਤ ਹੋਇਆ। ਤੇ ਉਸ ਤੋਂ ਵੱਡੀ ਗੱਲ ਕਿ ਉਹਦੀ ਆਲ ਇੰਡੀਆ ਰੈਂਕ 1 ਸੀਗੀ, ਜਿਹਦੇ ਨਾਲ ਹੋਰ ਵੀ ਜ਼ਿਆਦਾ ਮੋਟੀਵੇਸ਼ਨ ਮਿਲੀ। ਤੇ ਫਿਰ ਮੈਂ AFPI ਦਾ ਰਿਟਨ ਐਗਜ਼ਾਮ ਹੁੰਦਾ ਹੈ, ਜਿਹਦੇ ਵਿੱਚ ਆਲ ਓਵਰ ਪੰਜਾਬ 3-4 ਹਜ਼ਾਰ ਬੱਚੇ ਅਪੀਅਰ ਹੁੰਦੇ ਆ ਤੇ ਮੈਂ ਉਹ ਰਿਟਨ ਐਗਜ਼ਾਮ ਦਿੱਤਾ। ਮੇਰਾ ਉਹ ਰਿਟਨ ਐਗਜ਼ਾਮ ਕਲੀਅਰ ਹੋ ਗਿਆ, ਜਿਹਦੇ ਵਿੱਚ ਉਹ 150 ਬੱਚੇ ਸ਼ਾਰਟਲਿਸਟ ਕਰਦੇ ਆ ਤੇ ਉਹ 150 ਦੀ ਫਿਰ ਇੰਟਰਵਿਊ ਹੁੰਦੀ ਹੈ ਅੱਗੇ ਤੇ ਉਸ ਇੰਟਰਵਿਊ ਵਿੱਚ ਮੈਂ ਸਿਲੈਕਟ ਹੋ ਗਿਆ ਤੇ ਫਾਈਨਲੀ ਜਿਹੜੇ 48 ਦੀ ਮੈਰਿਟ ਬਣਦੀ ਹੈ ਉਹਦੇ ਵਿੱਚ ਵੀ ਮੈਂ ਆ ਗਿਆ। ਮੇਰਾ ਮੈਡੀਕਲ ਵੀ ਕਲੀਅਰ ਹੋ ਗਿਆ ਤੇ ਮੇਰੀ AFPI ਸਿਲੈਕਸ਼ਨ ਹੋ ਗਈ। ਤੇ ਉਸ ਤੋਂ ਬਾਅਦ ਮੇਰੀ AFPI 2 ਸਾਲ ਟ੍ਰੇਨਿੰਗ ਚੱਲੀ ਹੈ। AFPI ਪੰਜਾਬ ਸਰਕਾਰ ਦਾ ਹੀ ਇੱਕ ਇੰਸਟੀਟਿਊਟ ਹੈ ਜੋ NDA ਦੀ ਟ੍ਰੇਨਿੰਗ ਦਿੰਦੇ ਹੈ ਤੇ ਉੱਥੇ 2 ਸਾਲ ਟ੍ਰੇਨਿੰਗ ਬਹੁਤ ਵਧੀਆ ਉਹਨਾਂ ਨੇ ਟ੍ਰੇਨਿੰਗ ਕਰਾਈ, ਜਿਹਦੇ ਕਰਕੇ ਅੱਜ ਮੈਂ ਇੱਥੇ ਹਾਂ ਤੇ ਮੇਰਾ 에ਅਰ ਫੋਰਸ ਵਿੱਚ ਸਿਲੈਕਸ਼ਨ ਹੋ ਚੁੱਕੀ ਹੈ। ਅਭਿਨਵ, ਗੱਲ ਕਰੀਏ ਇੱਕ ਸੁਪਨਾ ਹੁੰਦਾ ਹੈ ਕਿ ਅਸੀਂ ਡਿਫੈਂਸ ਵਿੱਚ ਜਾਣਾ, ਸੁਪਨਾ ਤੁਸੀਂ ਲਿਆ, ਸਾਕਾਰ ਵੀ ਹੋ ਗਿਆ, ਪਰ ਕਿਤੇ ਨਾ ਕਿਤੇ ਜੇ ਅਸੀਂ ਗੱਲ ਕਰੀਏ ਔਕੜਾਂ ਬਹੁਤ ਹੈ ਇਸ ਰਸਤੇ ਦੇ ਵਿੱਚ। ਇੱਕ ਫਲਾਈਂਗ ਅਫਸਰ ਬਣਨਾ ਹੈ ਜਾਂ ਡਿਫੈਂਸ ਵਿੱਚ ਜਾਣਾ ਹੈ, ਫਿਜ਼ੀਕਲ ਵਰਕ ਬਹੁਤ ਹੁੰਦਾ ਹੈ, ਟਫ ਬਹੁਤ ਹੈ। ਤਾਂ ਕਿਤੇ ਨਾ ਕਿਤੇ ਜਦੋਂ ਸੁਪਨਾ ਤੁਹਾਡਾ ਸਾਕਾਰ ਹੋਣ ਲੱਗਾ ਹੈ, ਉਸ ਤੁਸੀਂ ਟ੍ਰੇਨਿੰਗ ਵੀ ਲਈ ਹੈ, ਉਸ ਸਮੇਂ ਕਿਤੇ ਮਨ ਤਾਂ ਨਹੀਂ ਡੋਲਿਆ ਸੀਗਾ ਕਿ ਮੈਂ ਕਿੱਥੇ ਆ ਗਿਆ ਹੈ? ਸਰ AFPI ਵੀ ਪੂਰਾ ਜਿੱਦਾਂ NDA ਦਾ ਸਿਸਟਮ ਹੁੰਦਾ ਹੈ, ਜੋ AFPI ਦਾ ਸਿਸਟਮ ਵੀ ਪੂਰਾ ਉਹੀ ਹੈ, ਸੇਮ ਉਹੀ ਸਿਸਟਮ ਹੈ। ਸਾਡੀ PT ਡਰਿਲ ਕਲਾਸਿਸ ਵਗੈਰਾ ਸਭ ਸੇਮ ਉੱਦਾਂ ਹੀ ਲੱਗਦੀਆਂ ਜਿੱਦਾਂ NDA 'ਚ ਹੁੰਦਾ ਹੈ। ਤੇ ਸਟਾਰਟਿੰਗ ਵਿੱਚ ਥੋੜ੍ਹਾ ਔਖਾ ਲੱਗਿਆ ਸੀ। ਸਟਾਰਟਿੰਗ ਵਿੱਚ ਜਿੱਦਾਂ ਉਹ ਉੱਥੇ PT ਪੂਰੀ ਸਾਡੀ ਫਿਜ਼ੀਕਲ ਸਟੈਂਡਰਡਸ ਪੂਰੇ ਉਹਨਾਂ ਨੇ ਮੇਨਟੇਨ ਕੀਤੇ, ਉਹ ਥੋੜ੍ਹਾ ਡਿਫਿਕਲਟ ਸੀਗਾ ਪਹਿਲਾਂ ਉਹਦੇ ਨਾਲ ਕੋਪ ਅਪ ਕਰਨਾ। ਬਟ ਹੌਲੀ ਹੌਲੀ ਮਹੀਨੇ 1.5 ਮਹੀਨੇ ਦੇ ਬਾਅਦ ਆਦਤ ਪੈ ਗਈ ਉਹੀ ਚੀਜ਼ ਕਰਨ ਦੀ ਤੇ ਹੌਲੀ ਹੌਲੀ ਉਹੀ ਚੀਜ਼ ਮਤਲਬ ਰੂਟੀਨ ਵਿੱਚ ਬਦਲ ਗਈ। ਤੇ ਮਨ ਤਾਂ ਨਹੀਂ ਡੋਲ ਰਿਹਾ ਸੀ ਫਿਰ ਉਦੋਂ? ਨਹੀਂ, ਉਦੋਂ ਫਿਰ ਮਤਲਬ ਪੱਕਾ ਏਮ ਬਣ ਗਿਆ ਸੀਗਾ ਕਿ ਮੇਰਾ ਏਮ ਬਣ ਗਿਆ ਸੀ ਕਿ ਮੈਂ ਇੰਡੀਅਨ 에ਅਰ ਫੋਰਸ ਜੁਆਇਨ ਕਰਨੀ ਹੈ ਤੇ ਅੱਜ ਮੈਂ ਇੰਡੀਅਨ 에ਅਰ ਫੋਰਸ ਵਿੱਚ ਸਿਲੈਕਟ ਹੋ ਕੇ ਬੜਾ ਖੁਸ਼ ਹਾਂ ਜੀ। ਬਿਲਕੁਲ, ਜੇ ਅਸੀਂ ਗੱਲ ਕਰੀਏ ਤਾਂ ਨੰਗਲ ਤੋਂ ਤੁਸੀਂ ਬਿਲੋਂਗ ਕਰਦੇ, ਇੱਕ ਛੋਟੇ ਸ਼ਹਿਰ ਤੋਂ ਉੱਠ ਕੇ ਤੁਸੀਂ ਇੰਨੀ ਵੱਡੀ ਅਚੀਵਮੈਂਟ ਪ੍ਰਾਪਤ ਕੀਤੀ ਹੈ, ਕਿਸ ਨੂੰ ਕ੍ਰੈਡਿਟ ਦਿੰਦੇ ਹੋ ਇਸ ਦਾ? ਸਰ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਹੀ ਗਾਈਡ ਕਰਦੇ ਆ ਹਰ ਚੀਜ਼ ਦੇ ਲਈ। ਮੇਰੇ ਫਾਦਰ ਦਾ ਮਿਸਟਰ ਕੈਲਾਸ਼ਪਤੀ ਮਿਸ਼ਰਾ ਜੀ ਦਾ ਇਹ ਸੁਪਨਾ ਸੀ ਕਿ ਮੈਂ ਡਿਫੈਂਸ ਲਾਈਨ ਵਿੱਚ ਜਾਵਾਂ ਤੇ ਮੇਰੇ ਮਦਰ ਨੇ ਵੀ ਮੈਨੂੰ ਹਮੇਸ਼ਾ ਸਪੋਰਟ ਕੀਤਾ। ਆਮ ਤੌਰ 'ਤੇ ਮਾਵਾਂ ਨਹੀਂ ਸਪੋਰਟ ਕਰਦੀਆਂ ਕਿ ਡਿਫੈਂਸ ਵਿੱਚ ਬੱਚਾ ਜਾਵੇ, ਬਟ ਮਦਰ ਨੇ ਵੀ ਪੂਰਾ ਸਪੋਰਟ ਕੀਤਾ। ਮੇਰੇ ਦਾਦੀ ਜੀ ਉਹ ਇਸ ਦੁਨੀਆ 'ਚ ਨਹੀਂ ਹੈ ਹੁਣ, ਬਟ ਉਹਨਾਂ ਦਾ ਵੀ ਪੂਰਾ ਆਸ਼ੀਰਵਾਦ ਸੀਗਾ, ਜਿਹਦੇ ਕਰਕੇ ਇਹ ਸਫਲ ਹੋ ਪਾਇਆ ਹੈ। ਤੇ ਮੇਨ ਕ੍ਰੈਡਿਟ ਮੈਂ ਦੇਣਾ ਚਾਹੂੰਗਾ ਆਪਣੇ ਸਕੂਲ ਨੂੰ, BBM BDAV ਪਬਲਿਕ ਸਕੂਲ ਨੂੰ ਤੇ ਸ਼ਸ਼ਾਂਕ ਸ਼ਰਮਾ ਨੂੰ, ਜਿਹਨੇ ਮੈਨੂੰ ਮੋਟੀਵੇਟ ਕੀਤਾ AFPI ਜੁਆਇਨ ਕਰਨ ਦੇ ਲਈ, ਤੇ ਅਮੋਲ ਗੌਤਮ ਜਿਹੜਾ 2018 ਦੇ ਵਿੱਚ ਉਹ ਵੀ ਨੰਗਲ ਤੋਂ ਹੀ ਸੀ ਤੇ ਉਹਦੀ ਆਲ ਇੰਡੀਆ ਰੈਂਕ 12 ਆਈ ਸੀ। ਤੇ ਇਹਨਾਂ ਦੋਨਾਂ ਮੁੰਡਿਆਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਤੇ ਜਿਹਦੇ ਕਰਕੇ ਮੇਰੀ AFPI ਜੁਆਇਨਿੰਗ ਹੋਈ। ਤੇ AFPI ਜੁਆਇਨ ਕਰਨ ਤੋਂ ਬਾਅਦ ਫਿਰ ਉੱਥੇ ਦੀ ਟ੍ਰੇਨਿੰਗ ਤੋਂ ਬਾਅਦ ਮੈਂ ਫਾਈਨਲੀ ਇੰਡੀਅਨ 에ਅਰ ਫੋਰਸ ਸਿਲੈਕਟ ਹੋ ਗਿਆ। ਅਭਿਨਵ, ਜਦੋਂ ਤੁਸੀਂ ਟ੍ਰੇਨਿੰਗ ਸ਼ੁਰੂ ਕੀਤੀ ਹੈ ਉਦੋਂ ਕਿੰਨਾ ਕੌਨਫੀਡੈਂਸ ਸੀਗਾ ਤੁਹਾਨੂੰ ਕਿ ਮੈਂ ਕਰ ਲਵਾਂਗਾ? ਸਰ ਕੌਨਫੀਡੈਂਸ ਸ਼ੁਰੂ ਤੋਂ ਹੀ ਪੂਰਾ ਸੀਗਾ ਮੇਰੇ ਅੰਦਰ। ਮੈਂ LKG ਕਲਾਸ ਤੋਂ ਹੀ ਬਹੁਤ ਜ਼ਿਆਦਾ ਪੈਟਰੀਓਟਿਜ਼ਮ ਤੇ ਮੈਂ ਪੋਇਮਸ, डिबेट्स, डेक्लामेशन से पार्टिसिपेट करता आ रहा।
26 ਜਨਵਰੀ 15 ਅਗਸਤ ਜਦੋਂ ਵੀ ਸਾਡੇ ਕ੍ਰਿਕਟ ਗਰਾਊਂਡ ਨੰਗਲ ਵਿੱਚ ਪ੍ਰੋਗਰਾਮ ਹੁੰਦਾ ਸੀ ਸਾਡੇ ਸਕੂਲ ਵੱਲੋਂ, ਤੇ ਉਹਦੇ ਵਿੱਚ ਮੇਰਾ ਹਮੇਸ਼ਾ ਮੈਂ ਪਾਰਟਿਸਿਪੇਟ ਕਰਦਾ ਸੀ। ਤੇ ਜਜ਼ਬਾ ਉਦੋਂ ਤੋਂ ਹੀ ਸੀ, ਬਟ ਏਮ ਨਹੀਂ ਬਣਾਇਆ ਸੀਗਾ ਹਲੇ ਕਿ ਮਤਲਬ ਡਿਫੈਂਸ ਹੀ ਜੁਆਇਨ ਕਰਨਾ ਹੈ। ਉਹ 10th 'ਚ ਆ ਕੇ ਹੋਇਆ ਉਹਨਾਂ ਦੋਨਾਂ ਮੁੰਡਿਆਂ ਦੀ ਵਜ੍ਹਾ ਨਾਲ। ਉਹਨਾਂ ਨੇ ਜਦੋਂ ਦੱਸਿਆ ਕਿ ਕਿੱਦਾਂ ਹੁੰਦਾ ਸਾਰਾ, ਉਦੋਂ ਪੱਕਾ ਹੋ ਗਿਆ ਕਿ ਹੁਣ ਇਸੇ ਲਾਈਨ ਵਿੱਚ ਜਾਣਾ ਹੈ। ਤੇ AFPI ਜਾਣ ਤੋਂ ਬਾਅਦ ਇੰਡੀਅਨ 에ਅਰ ਫੋਰਸ ਨੂੰ ਹੀ ਆਪਣਾ ਡ੍ਰੀਮ ਬਣਾ ਲਿਆ ਸੀ, ਤੇ ਅੱਜ ਉਹ ਡ੍ਰੀਮ ਮੈਂ ਅਕੰਪਲਿਸ਼ ਕਰ ਲਿਆ ਤੇ ਮੈਂ ਬਹੁਤ ਖੁਸ਼ ਹਾਂ। ਬਿਲਕੁਲ ਅਭਿਨਵ, ਇਹ ਵੀ ਜਾਣਨਾ ਚਾਹਾਂਗੇ ਜੋ ਡੇਲੀ ਐਕਟੀਵਿਟੀ ਸੀਗੀ ਤੁਹਾਡੀ, ਕਿਸ ਤਰ੍ਹਾਂ ਐਕਟੀਵਿਟੀ ਸੀਗੀ ਤੁਹਾਡੀ ਡੇਲੀ ਦੇ ਵਿੱਚ? ਸਟੱਡੀ ਕਿਸ ਤਰ੍ਹਾਂ ਕਰਦੇ ਸੀ, ਕਿੰਨਾ ਟਾਈਮਿੰਗ ਸਟੱਡੀ 'ਤੇ ਦਿੰਦੇ ਸੀ? ਉਸ ਤੋਂ ਬਾਅਦ ਖੇਲਣ 'ਤੇ ਕਿਵੇਂ ਕਰਦੇ ਸੀ, ਕਿੰਨਾ ਟਾਈਮ ਦਿੰਦੇ ਸੀਗੇ, ਕਿਸ ਤਰ੍ਹਾਂ ਕਰਦੇ ਸੀ ਤੁਸੀਂ? ਸਰ ਜਿੱਦਾਂ ਮੈਂ ਦੱਸਿਆ, AFPI ਦਾ ਰੂਟੀਨ ਪੂਰਾ NDA ਵਾਂਗ ਸੀ। ਤੇ AFPI ਸਾਨੂੰ ਸਵੇਰੇ 5:30 ਵਜੇ 5:30 ਵਜੇ ਉਠਾ ਦਿੱਤਾ ਜਾਂਦਾ ਸੀ, ਤੇ 6 ਵਜੇ ਸਾਡੀ ਟ੍ਰੇਨਿੰਗ ਸਟਾਰਟ ਹੋ ਜਾਂਦੀ ਸੀ। ਕਦੀ PT ਹੁੰਦੀ ਸੀ, ਕਦੀ ਡਰਿਲ ਹੁੰਦੀ ਸੀ, ਕਦੀ ਕਲਾਸਿਸ ਹੁੰਦੀਆਂ ਸੀਗੀਆਂ ਸਾਡੀਆਂ। ਤੇ ਉਸ ਤੋਂ ਬਾਅਦ ਆਪਾਂ ਸ਼ੈਮਰੌਕ ਸਕੂਲ ਦੇ ਨਾਲ ਉਹਨਾਂ ਦਾ ਟਾਈ ਅਪ ਹੈ AFPI ਦਾ, ਤੇ ਆਪਾਂ ਸ਼ੈਮਰੌਕ ਸਕੂਲ ਆਪਣੀ +1 ਤੇ +2 ਰੈਗੂਲਰ ਕਲਾਸਿਸ ਲਈ ਜਾਈਦਾ ਸੀ। ਫਿਰ ਸਕੂਲ ਤੋਂ ਆ ਕੇ ਸਾਡਾ ਲੰਚ ਹੁੰਦਾ ਸੀ। ਉਸ ਤੋਂ ਬਾਅਦ ਸਾਨੂੰ ਸਟੱਡੀ ਦਾ ਪੂਰਾ ਟਾਈਮ ਮਿਲਦਾ ਸੀਗਾ। ਸਟੱਡੀ ਪੀਰੀਅਡ ਸਾਡੇ ਸ਼ਡਿਊਲ ਵਿੱਚ ਹੀ ਹੁੰਦਾ ਸੀਗਾ ਉੱਥੇ। ਤੇ ਉਸ ਤੋਂ ਬਾਅਦ ਸਾਨੂੰ ਗੇਮਸ ਲਈ ਵੀ 1 ਘੰਟਾ ਮਿਲਦਾ ਸੀ ਰੋਜ਼। ਤੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਦੁਬਾਰਾ ਸਟੱਡੀ ਪੀਰੀਅਡ ਹੁੰਦਾ ਸੀਗਾ, ਫਿਰ ਡਿਨਰ ਹੁੰਦਾ ਸੀਗਾ। ਤੇ ਫਿਰ 10 ਵਜੇ ਸਾਡਾ ਜਿੱਦਾਂ NDA 'ਚ ਹੁੰਦਾ 10 10:30 ਲਾਈਟਸ ਆਊਟ ਹੋ ਜਾਂਦਾ ਸੀਗਾ। ਉਸ ਤੋਂ ਬਾਅਦ ਸਾਡਾ ਸ਼ਡਿਊਲ ਖਤਮ ਹੋ ਜਾਂਦਾ ਸੀਗਾ, ਤੇ ਫਿਰ ਅਗਲੇ ਦਿਨ ਦਾ ਸੇਮ ਸ਼ਡਿਊਲ, PT ਡਰਿਲ ਕਲਾਸਿਸ ਸਭ ਗੇਮ ਸਭ ਕੁਝ ਇੱਦਾਂ ਹੀ ਚੱਲਦਾ ਸੀ। ਅਭਿਨਵ, ਜਿਵੇਂ ਅਸੀਂ ਛੋਟੇ ਸ਼ਹਿਰ ਤੋਂ ਬਿਲੋਂਗ ਕਰਦੇ ਹਾਂ, ਨੰਗਲ ਏਡਾ ਵੱਡਾ ਟਾਊਨ ਨਹੀਂ ਹੈ। ਮੈਕਸਿਮਮ ਜਿੰਨੇ ਲੋਕਲ ਨੇ ਜੋ ਆਰਮੀ 'ਚ ਜਾਣਾ ਚਾਹੁੰਦੇ, ਡਿਫੈਂਸ 'ਚ ਜਾਣਾ ਚਾਹੁੰਦੇ ਆ, ਉਹਨਾਂ ਦਾ ਸਿਰਫ ਇੰਨਾ ਹੀ ਸੋਚਦਾ ਕਿ ਆਪਾਂ ਸਿਰਫ ਭਰਤੀ ਹੋਣਾ ਹੈ ਤੇ ਆਰਮੀ ਜੁਆਇਨ ਕਰਨੀ ਹੈ। ਤਰ੍ਹਾਂ ਤੁਸੀਂ ਛੋਟੇ ਸ਼ਹਿਰ ਤੋਂ ਉੱਠ ਕੇ ਇੰਨਾ ਵੱਡਾ ਟੈਸਟ ਕਲੀਅਰ ਕਰਕੇ ਫਸਟ ਫਲਾਈਂਗ ਅਫਸਰ ਬਣਨ ਜਾ ਰਹੇ ਹੋ, ਉਹਨਾਂ ਨੂੰ ਕੀ ਮੈਸੇਜ ਦਿਓਗੇ, ਕਿਸ ਤਰ੍ਹਾਂ ਮਿਹਨਤ ਕਰਨਾ? ਸਰ ਜਿੱਦਾਂ ਤੁਸੀਂ ਕਿਹਾ, ਨੰਗਲ ਇੱਕ ਛੋਟਾ ਸ਼ਹਿਰ ਹੈ। ਇੱਥੇ ਲੋਕਾਂ 'ਚ ਅਵੇਅਰਨੈਸ ਨਹੀਂ ਹੈ, ਲੋਕਾਂ ਨੂੰ NDA ਦੇ ਬਾਰੇ ਹਾਲੇ ਜਾਣਕਾਰੀ ਨਹੀਂ ਹੈ। ਲੋਕਾਂ ਨੂੰ ਸਿਰਫ ਭਰਤੀ ਬਾਰੇ ਪਤਾ ਹੈ, ਜੋ ਕਿ ਜਵਾਨ ਲੈਵਲ 'ਤੇ ਹੁੰਦੀ ਹੈ। ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿੱਦਾਂ ਮੈਨੂੰ ਪਤਾ ਲੱਗਾ ਹੈ ਸ਼ਸ਼ਾਂਕ ਸ਼ਰਮਾ ਤੇ ਅਮੋਲ ਗੌਤਮ ਤੋਂ, ਤੇ ਸੇਮ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਟਿਊਟ ਹੈ ਮੋਹਾਲੀ 'ਚ। ਇਹ ਅਕੈਡਮੀ ਬਣਾਈ ਇਸ ਲਈ ਗਈ ਸੀ ਕਿ ਪੰਜਾਬ ਦੇ ਜਿਹੜੇ ਮੁੰਡੇ ਸੀਗੇ, ਆਫਿਸਰਸ ਜਿਹੜੇ ਸੀਗੇ, ਪੰਜਾਬ ਤੋਂ ਘੱਟ ਗਏ ਸੀਗੇ ਇੰਡੀਅਨ ਆਰਮੀ, 에ਅਰ ਫੋਰਸ ਤੇ ਨੇਵੀ ਦੇ ਵਿੱਚ। ਤੇ ਉਸ ਕਰਕੇ ਜਿਹੜੇ ਸਾਡੇ ਡਾਇਰੈਕਟਰ ਸੀ ਮੇਜਰ ਜਨਰਲ BS ਗਰੇਵਾਲ, VSM ਰਿਟਾਇਰਡ, ਤੇ ਉਸ ਟਾਈਮ ਦੇ ਜਿਹੜੇ ਮੁੱਖ ਮੰਤਰੀ ਸੀਗੇ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਇਹਨਾਂ ਨੇ ਮਿਲ ਕੇ ਇਹ ਅਕੈਡਮੀ ਬਣਾਈ ਸੀ 2010 ਦੇ ਵਿੱਚ। ਤੇ ਇਹ ਅਕੈਡਮੀ ਦਾ ਮੋਟਿਵ ਇਹ ਹੈ ਕਿ ਪੰਜਾਬ ਤੋਂ ਵੱਧ ਆਫਿਸਰਸ ਇੰਡੀਅਨ ਆਰਮਡ ਫੋਰਸਿਸ ਜੁਆਇਨ ਕਰਨ। ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਨੰਗਲ ਇੱਕ ਛੋਟਾ ਸ਼ਹਿਰ ਹੈ, ਇੱਥੋਂ ਦੇ ਜਿਹੜੀ ਯੂਥ ਹੈ, ਜਿਹੜੇ ਮੁੰਡੇ, ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੈ ਹਲੇ ਇਸ ਬਾਰੇ। ਤੇ ਸਾਡੀ ਆਰਮਡ ਫੋਰਸਿਸ ਨੂੰ ਮੁੰਡਿਆਂ ਦੀ ਲੋੜ ਹੈ, ਨੌਜਵਾਨ ਮੁੰਡਿਆਂ ਦੀ, ਯੰਗ ਆਫਿਸਰਸ ਦੀ ਲੋੜ ਹੈ। ਤੇ ਉਹਦੇ ਲਈ ਸਾਨੂੰ ਆਪ ਅੱਗੇ ਆਉਣਾ ਪਏਗਾ, ਤੇ ਆਪਣੇ ਹੱਥ 'ਚ ਹੀ ਹੈ ਇਹ। ਆਪ ਫੋਕਸ ਕਰਨਾ ਹੈ, ਕੰਸਨਟਰੇਟ ਕਰਨਾ ਹੈ, ਤੇ ਮਤਲਬ ਇਹਨੂੰ ਆਪਣਾ ਇੱਕ ਡ੍ਰੀਮ ਬਣਾਉਣਾ ਪਏਗਾ, ਤਾਂ ਹੀ ਇਹ ਪੋਸੀਬਲ ਹੋ ਪਾਏਗਾ। ਤੇ ਅਭਿਨਵ, ਜਾਣਨਾ ਚਾਹਾਂਗੇ ਕਿਉਂਕਿ ਜੋ ਤੁਹਾਡੇ ਨਾਲ ਪੜ੍ਹਦੇ ਸੀਗੇ ਉਹਨਾਂ ਦੇ ਵੀ ਫਰੈਂਡਸ ਹੈ ਸਰਕਲ ਤੁਹਾਡਾ, ਉਹਨਾਂ ਦੇ ਵੀ ਫੋਨ ਆਉਂਦੇ ਹੋਣੇ ਹੈ, ਉਹ ਵੀ ਵਧਾਈਆਂ ਦੇ ਰਹੇ ਹੋਣੇ ਹੈ, ਉਹਨਾਂ ਨਾਲ ਵੀ ਗੱਲ ਹੁੰਦਾ, ਉਹਨਾਂ ਨੂੰ ਵੀ ਤੁਸੀਂ ਪ੍ਰੇਰਿਤ ਕਰ ਰਹੇ ਹੋ ਕਿ ਤੁਸੀਂ ਵੀ ਮਿਹਨਤ ਕਰੋ, ਤੁਸੀਂ ਵੀ ਇੱਥੇ ਆ ਸਕਦੇ ਹੋ? ਸਰ ਹੁਣ ਨੰਗਲ ਤੋਂ ਹੀ ਕਈ ਦੋਸਤ ਸੀਗੇ, ਉਹ ਨੰਗਲ ਤੋਂ ਕਈਆਂ ਨੇ, ਮੇਰੇ ਨਾਲ ਦੇ ਮੁੰਡਿਆਂ ਨੇ ਵੀ ਕਈਆਂ ਨੇ ਦਿੱਤਾ ਸੀ ਇਹੀ ਟੈਸਟ AFPI ਦਾ, ਬਟ ਉਹ ਨਹੀਂ ਕਲੀਅਰ ਕਰ ਪਾਏ ਸੀ। ਤੇ ਬਟ ਫਿਰ ਵੀ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ AFPI ਜਾ ਕੇ ਤੁਸੀਂ ਆਫਿਸਰ ਨਹੀਂ ਬਣ ਸਕਦੇ। AFPI ਟ੍ਰੇਨਿੰਗ ਦਿੰਦੀ ਹੈ, ਟ੍ਰੇਨਿੰਗ ਪ੍ਰਾਈਵੇਟਲੀ ਵੀ ਮਿਲਦੀ ਹੈ, ਤੁਸੀਂ ਜਿੱਦਾਂ ਚਾਹੋ ਉੱਦਾਂ ਟ੍ਰੇਨਿੰਗ ਕਰੋ। ਬਟ ਜੇ ਤੁਸੀਂ ਸੋਚਿਆ ਕਿ ਤੁਸੀਂ NDA ਜਾਣਾ ਹੈ, ਤੁਸੀਂ ਆਫਿਸਰ ਬਣਨਾ ਹੈ ਇੰਡੀਅਨ ਆਰਮਡ ਫੋਰਸਿਸ ਵਿੱਚ, ਤੇ ਬਹੁਤ ਆਪਸ਼ਨ ਹੈ ਉਹਦੇ ਲਈ। ਜ਼ਰੂਰੀ ਨਹੀਂ ਹੈ ਜੇ ਤੁਹਾਡਾ NDA ਨਹੀਂ ਹੁੰਦਾ ਤੇ ਕੋਈ ਗੱਲ ਨਹੀਂ, ਉਹ ਤੋਂ ਬਾਅਦ CDS ਹੁੰਦਾ ਹੈ, FCAT ਹੁੰਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ, NCC ਸਪੈਸ਼ਲ ਐਂਟਰੀ ਦੇ ਥਰੂ, ਹੋਰ ਕਾਫੀ ਸਾਰੀਆਂ ਐਂਟਰੀਜ਼ ਹੁੰਦੀਆਂ ਹੈ। ਤੁਸੀਂ ਅਲੱਗ-ਅਲੱਗ ਐਂਟਰੀਜ਼ ਦੇ ਥਰੂ ਤੁਸੀਂ ਜੇ ਜਾਣਾ ਹੈ ਆਰਮਡ ਫੋਰਸਿਸ ਵਿੱਚ ਤਾਂ ਤੁਸੀਂ ਜਾ ਸਕਦੇ ਹੋ। ਤੇ ਆਫਿਸਰ ਕੈਡਰ ਲਈ ਜਾਣਾ ਬਹੁਤ ਹੀ ਵੱਡੀ ਗੱਲ ਹੈ, ਤੇ ਨੰਗਲ ਵਰਗੇ ਸ਼ਹਿਰ ਤੋਂ ਜੇ ਕੋਈ ਜਾਵੇ ਤਾਂ ਉਹ ਵੱਡੀ ਗੱਲ ਹੈ। ਤੇ ਇਹਦੇ ਲਈ ਜ਼ਿਆਦਾ ਤੋਂ ਜ਼ਿਆਦਾ ਯੰਗ ਮੁੰਡਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਅਭਿਨਵ, ਹੁਣ ਟ੍ਰੇਨਿੰਗ ਦੀ ਗੱਲ ਕਰੀਏ ਤਾਂ ਕਦੋਂ ਤੋਂ ਤੁਹਾਡੀ ਟ੍ਰੇਨਿੰਗ ਸ਼ੁਰੂ ਹੋਣ ਤੋਂ? ਤੇ ਸੇਮ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਟਿਊਟ ਹੈ ਮੋਹਾਲੀ 'ਚ। ਇਹ ਅਕੈਡਮੀ ਬਣਾਈ ਇਸ ਲਈ ਗਈ ਸੀ ਕਿ ਪੰਜਾਬ ਦੇ ਜਿਹੜੇ ਮੁੰਡੇ ਸੀਗੇ, ਆਫਿਸਰਸ ਜਿਹੜੇ ਸੀਗੇ, ਪੰਜਾਬ ਤੋਂ ਘੱਟ ਗਏ ਸੀਗੇ ਇੰਡੀਅਨ ਆਰਮੀ, 에ਅਰ ਫੋਰਸ ਤੇ ਨੇਵੀ ਦੇ ਵਿੱਚ। ਤੇ ਉਸ ਕਰਕੇ ਜਿਹੜੇ ਸਾਡੇ ਡਾਇਰੈਕਟਰ ਸੀ ਮੇਜਰ ਜਨਰਲ BS ਗਰੇਵਾਲ, VSM ਰਿਟਾਇਰਡ, ਤੇ ਉਸ ਟਾਈਮ ਦੇ ਜਿਹੜੇ ਮੁੱਖ ਮੰਤਰੀ ਸੀਗੇ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਇਹਨਾਂ ਨੇ ਮਿਲ ਕੇ ਇਹ ਅਕੈਡਮੀ ਬਣਾਈ ਸੀ 2010 ਦੇ ਵਿੱਚ।
ਤੇ ਇਹ ਅਕੈਡਮੀ ਦਾ ਮੋਟਿਵ ਇਹ ਹੈ ਕਿ ਪੰਜਾਬ ਤੋਂ ਵੱਧ ਆਫੀਸਰਸ ਇੰਡੀਅਨ ਆਰਮਡ ਫੋਰਸਿਸ ਜੁਆਇਨ ਕਰਨ। ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਨੰਗਲ ਇੱਕ ਛੋਟਾ ਸ਼ਹਿਰ ਹੈ, ਇੱਥੋਂ ਦੇ ਜਿਹੜੀ ਯੂਥ ਹੈ, ਜਿਹੜੇ ਮੁੰਡੇ, ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੈ ਹਲੇ ਇਸ ਬਾਰੇ। ਤੇ ਸਾਡੀ ਆਰਮਡ ਫੋਰਸਿਸ ਨੂੰ ਮੁੰਡਿਆਂ ਦੀ ਲੋੜ ਹੈ, ਨੌਜਵਾਨ ਮੁੰਡਿਆਂ ਦੀ, ਯੰਗ ਆਫੀਸਰਸ ਦੀ ਲੋੜ ਹੈ। ਤੇ ਉਹਦੇ ਲਈ ਸਾਨੂੰ ਆਪ ਅੱਗੇ ਆਉਣਾ ਪਏਗਾ ਤੇ ਆਪਣੇ ਹੱਥ 'ਚ ਹੀ ਹੈ ਇਹ, ਆਪ ਫੋਕਸ ਕਰਨਾ ਹੈ, ਕੰਸਨਟਰੇਟ ਕਰਨਾ ਹੈ ਤੇ ਮਤਲਬ ਇਹਨੂੰ ਆਪਣਾ ਇੱਕ ਡ੍ਰੀਮ ਬਣਾਉਣਾ ਪਏਗਾ, ਤਾਂ ਹੀ ਇਹ ਪੋਸੀਬਲ ਹੋ ਪਾਏਗਾ। ਤੇ ਅਭਿਨਵ, ਜਾਣਨਾ ਚਾਹਾਂਗੇ ਕਿਉਂਕਿ ਜੋ ਤੁਹਾਡੇ ਨਾਲ ਪੜ੍ਹਦੇ ਸੀਗੇ ਉਹਨਾਂ ਦੇ ਵੀ ਫਰੈਂਡਸ ਹੈ ਸਰਕਲ ਤੁਹਾਡਾ, ਉਹਨਾਂ ਦੇ ਵੀ ਫੋਨ ਆਉਂਦੇ ਹੋਣੇ ਹੈ, ਉਹ ਵੀ ਵਧਾਈਆਂ ਦੇ ਰਹੇ ਹੋਣੇ ਹੈ, ਉਹਨਾਂ ਨਾਲ ਵੀ ਗੱਲ ਹੁੰਦਾ, ਉਹਨਾਂ ਨੂੰ ਵੀ ਤੁਸੀਂ ਪ੍ਰੇਰਿਤ ਕਰ ਰਹੇ ਹੋ ਕਿ ਤੁਸੀਂ ਵੀ ਮਿਹਨਤ ਕਰੋ, ਤੁਸੀਂ ਵੀ ਇੱਥੇ ਆ ਸਕਦੇ ਹੋ? ਸਰ ਹੁਣ ਨੰਗਲ ਤੋਂ ਹੀ ਕਈ ਦੋਸਤ ਸੀਗੇ, ਉਹ ਨੰਗਲ ਤੋਂ ਕਈਆਂ ਨੇ, ਮੇਰੇ ਨਾਲ ਦੇ ਮੁੰਡਿਆਂ ਨੇ ਵੀ ਕਈਆਂ ਨੇ ਦਿੱਤਾ ਸੀ ਇਹੀ ਟੈਸਟ AFPI ਦਾ, ਬਟ ਉਹ ਨਹੀਂ ਕਲੀਅਰ ਕਰ ਪਾਏ ਸੀ। ਤੇ ਬਟ ਫਿਰ ਵੀ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ AFPI ਜਾ ਕੇ ਤੁਸੀਂ ਆਫੀਸਰ ਨਹੀਂ ਬਣ ਸਕਦੇ। AFPI ਟ੍ਰੇਨਿੰਗ ਦਿੰਦੀ ਹੈ, ਟ੍ਰੇਨਿੰਗ ਪ੍ਰਾਈਵੇਟਲੀ ਵੀ ਮਿਲਦੀ ਹੈ, ਤੁਸੀਂ ਜਿੱਦਾਂ ਚਾਹੋ ਉੱਦਾਂ ਟ੍ਰੇਨਿੰਗ ਕਰੋ। ਬਟ ਜੇ ਤੁਸੀਂ ਸੋਚਿਆ ਕਿ ਤੁਸੀਂ NDA ਜਾਣਾ ਹੈ, ਤੁਸੀਂ ਆਫੀਸਰ ਬਣਨਾ ਹੈ ਇੰਡੀਅਨ ਆਰਮਡ ਫੋਰਸਿਸ ਵਿੱਚ, ਤੇ ਬਹੁਤ ਆਪਸ਼ਨ ਹੈ ਉਹਦੇ ਲਈ। ਜ਼ਰੂਰੀ ਨਹੀਂ ਹੈ ਜੇ ਤੁਹਾਡਾ NDA ਨਹੀਂ ਹੁੰਦਾ ਤੇ ਕੋਈ ਗੱਲ ਨਹੀਂ, ਉਹ ਤੋਂ ਬਾਅਦ CDS ਹੁੰਦਾ ਹੈ, FCAT ਹੁੰਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ, NCC ਸਪੈਸ਼ਲ ਐਂਟਰੀ ਦੇ ਥਰੂ, ਹੋਰ ਕਾਫੀ ਸਾਰੀਆਂ ਐਂਟਰੀਜ਼ ਹੁੰਦੀਆਂ ਹੈ। ਤੁਸੀਂ ਅਲੱਗ-ਅਲੱਗ ਐਂਟਰੀਜ਼ ਦੇ ਥਰੂ ਤੁਸੀਂ ਜੇ ਜਾਣਾ ਹੈ ਆਰਮਡ ਫੋਰਸਿਸ ਵਿੱਚ ਤਾਂ ਤੁਸੀਂ ਜਾ ਸਕਦੇ ਹੋ। ਤੇ ਆਫੀਸਰ ਕੈਡਰ ਲਈ ਜਾਣਾ ਬਹੁਤ ਹੀ ਵੱਡੀ ਗੱਲ ਹੈ ਤੇ ਨੰਗਲ ਵਰਗੇ ਸ਼ਹਿਰ ਤੋਂ ਜੇ ਕੋਈ ਜਾਵੇ ਤਾਂ ਵੱਡੀ ਗੱਲ ਹੈ। ਤੇ ਇਹਦੇ ਲਈ ਜ਼ਿਆਦਾ ਤੋਂ ਜ਼ਿਆਦਾ ਯੰਗ ਮੁੰਡਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਅਭਿਨਵ, ਹੁਣ ਟ੍ਰੇਨਿੰਗ ਦੀ ਗੱਲ ਕਰੀਏ ਤਾਂ ਕਦੋਂ ਤੋਂ ਤੁਹਾਡੀ ਟ੍ਰੇਨਿੰਗ ਸ਼ੁਰੂ ਹੋਣ ਜਾ ਰਹੀ ਹੈ? ਕਦੋਂ ਬੈਚ ਤੁਹਾਡਾ ਸ਼ੁਰੂ ਹੋਏਗਾ? ਸਰ ਹਲੇ ਫਾਈਨਲ ਮੈਰਿਟ ਲਿਸਟ ਆਈ ਹੈ NDA ਦੀ, ਤੇ ਟ੍ਰੇਨਿੰਗ ਵੈਸੇ ਤਾਂ ਜੁਲਾਈ ਵਿੱਚ ਸਟਾਰਟ ਹੋ ਜਾਂਦੀ ਹੈ NDA ਦੀ, ਬਟ ਹੁਣ ਕਰੋਨਾ ਕਰਕੇ ਸਭ ਕੁਝ ਡਿਲੇ ਹੋ ਗਿਆ ਤੇ ਹੁਣ ਜਿਹੜੀ ਟ੍ਰੇਨਿੰਗ ਹੈ ਉਹ ਸਾਡੀ ਅਕਤੂਬਰ ਤੋਂ ਸਟਾਰਟ ਹੋਊਗੀ। ਤੇ ਅਕਤੂਬਰ ਵਿੱਚ ਪਹਿਲੇ ਹਫਤੇ 'ਚ ਕਿਸੇ ਵੀ ਟਾਈਮ ਕਾਲ ਲੈਟਰ ਆ ਸਕਦੀ ਹੈ ਤੇ ਬੁਲਾਇਆ ਜਾ ਸਕਦਾ ਜੀ। ਬਿਲਕੁਲ ਹੈ, ਇਹ ਸੀਗੇ ਸਾਡੇ ਨਾਲ ਅਭਿਨਵ ਮਿਸ਼ਰਾ। ਜਿਵੇਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ, ਕਿਵੇਂ ਇਹਨਾਂ ਨੇ ਮਿਹਨਤ ਕੀਤੀ ਹੈ ਤੇ ਕਿਸ ਤਰ੍ਹਾਂ ਮਿਹਨਤ ਕਰਕੇ ਅੱਜ ਇਸ ਮੁਕਾਮ ਤੇ ਪਹੁੰਚੇ ਨੇ। ਜੋ ਕ੍ਰੈਡਿਟ ਹੈ ਇਹਨਾਂ ਦੇ ਪੇਰੈਂਟਸ ਨੂੰ ਵੀ ਜਾਂਦਾ ਹੈ, ਪੇਰੈਂਟਸ ਵੀ ਸਾਡੇ ਨਾਲ ਮੌਜੂਦ ਨੇ। ਸਰ, ਸਭ ਤੋਂ ਪਹਿਲਾਂ ਤੁਹਾਨੂੰ ਵੀ ਬਹੁਤ-ਬਹੁਤ ਵਧਾਈ, ਤੁਹਾਡੇ ਬੇਟੇ ਦੀ ਸਿਲੈਕਸ਼ਨ ਹੋਈ ਹੈ ਜੀ। ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕਸ ਅ ਲੋਟ। ਅੱਛਾ ਸਰ, ਜਾਣਨਾ ਚਾਹਾਂਗੇ ਕਿ ਪੇਰੈਂਟਸ ਦਾ ਬਹੁਤ ਅਹਿਮ ਰੋਲ ਹੁੰਦਾ ਹੈ ਆਪਣੇ ਬੱਚੇ ਦੀ ਸਕਸੈਸ ਦੇ ਵਿੱਚ। ਤੁਸੀਂ ਕਿਸ ਤਰ੍ਹਾਂ ਮਿਹਨਤ ਕਰਵਾਈ ਆਪਣੇ ਬੱਚੇ ਨੂੰ ਤਾਂ ਅੱਜ ਇਸ ਮੁਕਾਮ ਤੇ ਪਹੁੰਚਿਆ ਤੇ ਕਿਵੇਂ ਫੀਲ ਕਰ ਰਹੇ ਹੋ? ਫੀਲ ਤਾਂ ਜੀ ਬਹੁਤ ਪ੍ਰਾਊਡ ਫੀਲ ਕਰ ਰਿਹਾ ਕਿ ਬੱਚੇ ਨੇ ਜੋ ਉਹਦਾ ਗੋਲ ਸੀ ਉਹ ਅਚੀਵ ਕਰ ਲਿਆ ਹੈ। ਬਾਕੀ ਮਿਹਨਤ ਕਾਫੀ, ਇਹਦੀ ਫਿਜ਼ੀਕਲ ਦੀ ਕੁਝ ਪ੍ਰੋਬਲਮ ਵੈਸੇ ਨਹੀਂ ਸੀ, ਕੁਝ weight ਸੀ ਥੋੜ੍ਹਾ ਜ਼ਿਆਦਾ। ਉਹ weight ਉਸ ਸਟੈਂਡਰਡ ਵਿੱਚ ਲੈ ਕੇ ਆਉਣਾ ਸੀ, ਉਹਦੇ ਲਈ ਫਿਰ ਇਹਦੇ ਨਾਲ ਅਸੀਂ ਦੋਨੋਂ ਮੀਆਂ ਬੀਵੀ ਨਾਲ ਰਨਿੰਗ ਵੀ ਕਰਦੇ ਸੀ ਕਿ ਚਲੋ ਤੂੰ ਕਰਨੀ ਆ ਤਾਂ ਅਸੀਂ ਵੀ ਕਰਾਂਗੇ ਨਾਲ। ਇਹਦੇ ਨਾਲ ਗਰਾਊਂਡ ਜਾਂਦੇ ਸੀ। ਫਿਰ ਇਹ ਡਿਊਰਿੰਗ ਰਿਟਨ ਟੈਸਟ ਦੇ ਦੌਰਾਨ ਕੁਝ ਸਬਜੈਕਟਸ ਇੱਦਾਂ ਦੇ ਸੀ ਜਿਹੜੇ ਕਿ ਇਹਦੀ ਮਦਰ ਟੀਚ ਕਰਦੀ ਆ ਆਲਰੇਡੀ ਸਕੂਲ ਵਿੱਚ। ਫਿਰ ਉਹ ਉਹਦੇ ਨੋਟਸ ਬਣਾ ਕੇ ਦੇ ਦਿੰਦੀ ਸੀ ਕਿ ਤੂੰ ਇਹਦੇ ਤੋਂ ਆਪਣਾ ਟਾਈਮ ਹੋਰ ਵੇਸਟ ਨਾ ਕਰ, ਜੋ ਅਸੀਂ ਕਰ ਸਕਦੇ ਉਹ ਕਰਾਂਗੇ। ਫਿਰ ਡਿਊਰਿੰਗ SSB ਵੀ ਇਸੇ ਤਰ੍ਹਾਂ ਰੂਟੀਨ ਰਿਹਾ ਕਿ ਇਹਦੇ ਕੁਝ ਲੈਕਚਰੇਟਸ ਹੁੰਦੇ ਸੀ SSB ਦੀ ਟ੍ਰੇਨਿੰਗ ਲਈ, ਕੁਝ ਇੰਟਰਵਿਊ ਦੇ ਕਰੰਟ ਟੌਪਿਕਸ ਹੁੰਦੇ ਸੀ, ਉਹ ਫਿਰ ਮੈਨੂੰ ਦੱਸ ਦਿੰਦਾ ਸੀ ਕਿਉਂਕਿ ਇਹਦੇ ਉੱਥੇ ਮੋਬਾਈਲ AFPI ਵਿੱਚ ਅਲਾਊਡ ਨਹੀਂ ਹੈ ਤੇ ਉਹ ਨੈੱਟ ਸਰਫਿੰਗ ਦੀ ਪ੍ਰੋਬਲਮ ਆਉਂਦੀ ਸੀ। ਉਹ ਫਿਰ ਮੈਂ ਇੱਥੇ ਇਹਦੇ ਨੋਟਸ ਤਿਆਰ ਕਰ ਦਿੰਦਾ ਸੀ, ਸੰਡੇ ਦੇ ਸੰਡੇ ਜਾਈਦਾ ਸੀ ਇਹਦੇ ਕੋਲ ਤੇ ਉਹ ਨੋਟਸ ਇਹਨੂੰ ਦੇ ਆਈਦੇ ਸੀ। ਉਸੇ ਤਰ੍ਹਾਂ ਫਿਰ ਇਹ ਆਪਣੀ ਕੁਝ ਸਾਡੇ ਸਹਿਯੋਗ, ਬਹੁਤ ਜ਼ਿਆਦਾ ਸਹਿਯੋਗ AFPI ਦਾ, ਬਾਕੀ ਦੀ ਖੁਦ ਦੀ ਮਿਹਨਤ। ਜੀ ਬਿਲਕੁਲ, ਜਿੰਨੀ ਮਿਹਨਤ ਅਭਿਨਵ ਨੇ ਕੀਤੀ ਉਨੀ ਮਿਹਨਤ ਤੁਸੀਂ ਕੀਤੀ ਹੈ। ਪਰ ਇਸ ਵੇਲੇ ਜੇ ਅਸੀਂ ਗੱਲ ਕਰੀਏ ਤਾਂ ਕੀ ਤੁਹਾਡੀ ਫੈਮਿਲੀ ਦੇ ਵਿੱਚ ਪਹਿਲਾਂ ਕਦੇ ਕੋਈ ਆਰਮੀ 'ਚ ਵੀ ਸੀਗਾ, ਡਿਫੈਂਸ ਕਿਸੇ ਨੇ ਜੁਆਇਨ ਕੀਤੀ ਹੈ? ਤੇ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਦਾ ਵਧਾਈਆਂ ਮਿਲ ਰਹੀਆਂ ਨੇ? ਰਿਸ਼ਤੇਦਾਰ, ਹੋਰ ਫਰੈਂਡ ਸਰਕਲ ਕਿਵੇਂ ਦਾ ਆ ਰਿਹਾ? ਆਰਮੀ ਵਿੱਚ ਤੇ ਪਹਿਲੇ ਸਾਡਾ ਕੋਈ ਨਹੀਂ ਹੈ। ਇਹ ਮੋਟੀਵੇਟ ਹੋਇਆ ਹੈ, ਮੇਰੇ ਕੋਲੀਗ ਹੈ ਦਿਨੇਸ਼ ਸ਼ਰਮਾ ਜੀ ਤੇ ਇੱਕ ਮੇਰੇ ਫਰੈਂਡ ਹੈ ਉਮੇਸ਼ ਗੌਤਮ ਜੀ। ਉਹਨਾਂ ਦੋਨਾਂ ਦੇ ਬੇਟੇ ਆ ਸ਼ਸ਼ਾਂਕ ਸ਼ਰਮਾ ਔਰ ਅਨਮੋਲ ਗੌਤਮ, ਉਹਨਾਂ ਤੋਂ ਪ੍ਰੇਰਿਤ ਹੋਇਆ। ਉਹ ਆਲਰੇਡੀ ਉਹ NDA ਜੁਆਇਨ ਕੀਤੇ ਹੋਏ ਆ। ਉਹ ਖੁਸ਼ੀਆਂ, ਜਿਹੜਾ ਪੂਰੀ ਫੈਮਿਲੀ ਖੁਸ਼ ਹੈ ਜੀ, ਪੂਰਾ ਸਾਡਾ ਖਾਨਦਾਨ, ਮਿਸ਼ਰਾ ਖਾਨਦਾਨ ਖੁਸ਼ ਹੈ। ਮੇਰਾ ਬ੍ਰਦਰ ਕੱਲ੍ਹ ਫੋਨ ਆਇਆ, ਉਹਦਾ ਬਹੁਤ ਖੁਸ਼ ਸੀ ਪਿੰਡੋਂ, ਕਹਿੰਦਾ ਕਿ ਜਿਸ ਦਿਨ ਇਹਦਾ ਮੈਡੀਕਲ ਕਲੀਅਰ ਹੋਇਆ ਸੀ ਉਸ ਦਿਨ ਦੇ ਬੰਬ ਲਿਆ ਕੇ ਰੱਖੇ ਹੋਏ ਆ, ਹੁਣ ਮੈਰਿਟ ਲਿਸਟ ਆਈ ਆ, ਅੱਜ ਤਾਂ ਕਰ ਦੇਵਾਂ। ਮੈਂ ਕਿਹਾ ਕਰ ਲੈ ਯਾਰ, ਹੁਣ ਅੱਜ ਤੂੰ ਫਾਈਨਲ ਕਰ ਲੈ। ਸੋ ਸਾਰੇ ਖੁਸ਼ ਹੈ ਜੀ। BSNL ਫੈਮਿਲੀ ਸਾਡੀ ਰੋਪੜ ਦੀ, ਸਾਰੇ ਵਧਾਈਆਂ ਦੇ ਰਹੇ ਆ। ਅੱਜ ਆਫਿਸ ਵਿੱਚ ਸਾਰੇ ਬਾਰ-ਬਾਰ ਵਧਾਈਆਂ ਦੇ ਰਹੇ ਸੀ ਪੂਰੇ BSNL ਪਰਿਵਾਰ ਲਈ, ਪੂਰੇ ਇਹਦੇ DAV ਦੇ ਪਰਿਵਾਰ ਲਈ, ਪੂਰੇ ਮਿਸ਼ਰਾ ਫੈਮਿਲੀ ਲਈ, ਸਾਰਿਆਂ ਦੀ ਵਧਾਈਆਂ ਆ ਰਹੀਆਂ ਹੈ। ਬਿਲਕੁਲ, ਇੱਕ ਤੁਸੀਂ ਗੱਲ ਕਰ ਰਹੇ ਹੋ ਕਿ ਰਫੇਲ ਉਡਾਨ ਦੀ ਸੋਚ ਵੀ ਰੱਖਦਾ ਹੈ ਤੁਹਾਡਾ ਬੇਟਾ, ਕਿਸ ਤਰ੍ਹਾਂ?
ਇਹ ਕਿਉਂਕਿ ਜੋ ਰਫੇਲ ਇੱਕ ਪੰਜਾਬ ਦਾ ਹੀ ਨੌਜਵਾਨ ਆ, ਉਹ ਰਫੇਲ ਲੈ ਕੇ ਆਇਆ ਹੈ ਤੇ ਤੁਹਾਡਾ ਵੀ ਡ੍ਰੀਮ ਹੈ ਕਿ ਤੁਹਾਡਾ ਬੇਟਾ ਵੀ ਉਹ ਹਾਂ ਉਡਾਏ। ਰਾਫੇਲ ਉਡਾਏ, ਕਿਉਂਕਿ ਇਹਦਾ ਵੀ ਡ੍ਰੀਮ ਹੈ ਕਿ ਜਦੋਂ ਮੈਂ ਜੁਆਇਨ ਕਰੂੰਗਾ ਤਾਂ ਉਦੋਂ ਤੱਕ ਰਾਫੇਲ ਦੀ ਜਿਹੜੀ ਪ੍ਰੋਕਿਉਰਮੈਂਟ ਹੈ ਉਹ ਕਾਫੀ ਹੱਦ ਤੱਕ ਇੰਡੀਆ ਵਿੱਚ ਪੂਰੀ ਹੋ ਜਾਊਗੀ। ਤੇ ਇਹਦਾ ਡ੍ਰੀਮ ਹੈ, ਮੇਰਾ ਵੀ ਡ੍ਰੀਮ ਹੈ ਕਿ ਇਹ ਰਾਫੇਲ ਇੱਕ ਵਾਰ ਉਡਾਏ ਤੇ ਅਸੀਂ ਵੀ ਕਹੀਏ ਕਿ ਆਹ ਦੇਖੋ ਜੀ, ਕੋਈ ਮੈਨੂੰ ਕਹਵੇ ਕਿ ਇਹ ਅਭਿਨਵ ਮਿਸ਼ਰਾ ਦੇ ਫਾਦਰ ਹੈ ਜੀ ਜਿਹਨੇ ਰਾਫੇਲ ਉਡਾਇਆ ਹੈ। ਜੀ ਬਿਲਕੁਲ, ਇਹ ਸੀਗੇ ਫਾਦਰ ਸਾਹਿਬ ਇਹਨਾਂ ਦੇ। ਤੇ ਹੁਣ ਇਸ ਤੋਂ ਬਾਅਦ ਗੱਲ ਕਰਦੇ ਆ, ਇਹਨਾਂ ਦੇ ਮਦਰ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਆ ਜੋ ਕਿ ਖੁਦ ਵੀ ਟੀਚਰ ਨੇ, ਡੀਏਵੀ ਸਕੂਲ ਨੰਗਲ ਦੇ ਵਿੱਚ ਟੀਚਰ ਨੇ। ਤੇ ਅਭਿਨਵ ਇਹਨਾਂ ਕੋਲ ਹੀ ਪੜ੍ਹਿਆ, ਇਹਨਾਂ ਦੇ ਸਕੂਲ ਦੇ ਵਿੱਚ ਹੀ ਉਸਨੇ ਆਪਣੀ 10th ਕੀਤੀ ਹੈ। ਤੇ ਮੈਮ ਤੁਹਾਨੂੰ ਵੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤੁਹਾਡੇ ਸਭ ਦਾ ਸ਼ੁਕਰੀਆ ਕਿ ਤੁਸੀਂ ਇਹ ਪਹਿਲੇ ਤੇ ਬੱਚੇ ਨੇ ਓਪਰਚੁਨਿਟੀ ਲਿਆਂਦੀ ਹੈ ਔਰ ਤੁਸੀਂ ਇਹ ਮੌਕਾ ਦਿੱਤਾ ਸਾਨੂੰ ਸਭ ਨੂੰ ਆਪਣੇ ਚੈਨਲ ਦੇ ਥਰੂ ਸਾਰਿਆਂ ਨੂੰ ਸੰਦੇਸ਼ ਪਹੁੰਚਾਉਣ ਦਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਮ ਗੱਲ ਕਰਦੇ ਹਾਂ ਸਕੂਲਿੰਗ ਤੋਂ, ਗੱਲ ਕਰਦੇ ਹਾਂ ਤੁਸੀਂ ਸ਼ੁਰੂ ਤੋਂ ਹੀ ਅਭਿਨਵ ਨੂੰ ਸਕੂਲ ਦੇ ਵਿੱਚ ਵੀ ਪੜ੍ਹਾਉਂਦੇ ਰਹੇ ਹੋ ਤੇ ਘਰ ਦੇ ਵਿੱਚ ਵੀ ਪੜ੍ਹਾਉਂਦੇ ਹੋ। ਕਿਸ ਤਰ੍ਹਾਂ ਦੀ ਨੇਚਰ ਸੀਗੀ ਅਭਿਨਵ ਦੀ ਸ਼ੁਰੂ ਤੋਂ? ਅਭਿਨਵ ਬੜਾ ਡਿਟਰਮਿੰਡ ਸੀ ਸ਼ੁਰੂ ਤੋਂ ਹੀ। ਇੱਕ ਮਤਲਬ ਇਹਦੇ ਵਿੱਚ ਇੱਕ ਨਜ਼ਰ ਆਂਦਾ ਸੀਗਾ ਕਿ ਫੋਕਸ ਕਰੇਗਾ ਜਿਸ ਚੀਜ਼ ਲਈ ਵੀ, ਔਰ ਉਹਦੇ ਲਈ ਸ਼ਾਇਦ ਸਭ ਤੋਂ ਬੜੀ ਚੀਜ਼ ਰਹੀ ਹੈ ਕਿ ਅਸੀਂ ਖੁਦ ਵੀ ਡਿਸਿਪਲਿਨ ਰਹੇ ਹਾਂ। ਔਰ ਚਾਹੇ ਮੈਂ ਉਹਦੇ ਸਕੂਲ ਵਿੱਚ ਸੀ, ਪਰ ਜਦੋਂ ਉਹਨੂੰ 9 ਵਜੇ ਗੇਟ ਤੇ ਛੋੜਦੀ ਸੀ ਤਾਂ ਇੱਕੋ ਹੀ ਗੱਲ ਹੁੰਦੀ ਸੀ ਕਿ ਬੇਟਾ ਆਪਾਂ 3 ਵਜੇ ਮਿਲਾਂਗੇ। ਸ਼ਾਇਦ ਕਦੀ ਵੀ 12 ਸਾਲਾਂ ਦੇ ਵਿੱਚ ਉਹਨੂੰ ਇਹ ਨਹੀਂ ਫੀਲ ਹੋਣ ਦਿੱਤਾ ਕਿ ਉਹਦੇ ਮਦਰ ਸਕੂਲ 'ਚ ਹੈ। ਔਰ ਸਾਡੇ ਪ੍ਰਿੰਸੀਪਲ ਸਰ ਮਿਸਟਰ ਰਜਨੀਸ਼ ਸ਼ਰਮਾ ਜੀ ਇੱਕ ਗੱਲ ਕਹਿੰਦੇ ਆ ਕਿ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਆ ਪੜ੍ਹਨ, ਸਟੂਡੈਂਟਸ, ਅਗਰ ਅਸੀਂ ਉਹਨਾਂ ਨੂੰ ਸ਼ਿੱਦਤ ਨਾਲ ਪੜ੍ਹਾਉਂਦੇ ਹਾਂ, ਅਗਰ ਇਮਾਨਦਾਰੀ ਨਾਲ ਪੜ੍ਹਾਉਂਦੇ ਹਾਂ, ਕਿਉਂਕਿ ਬਹੁਤ ਸਾਰੇ ਪੇਰੈਂਟਸ ਨੇ ਆਪਣੇ ਇੱਕ ਭਰੋਸੇ ਦੇ ਨਾਲ ਸਾਡੇ ਕੋਲ ਛੱਡੇ ਹੁੰਦੇ ਆ ਬੱਚੇ, ਅਗਰ ਅਸੀਂ ਉਹਨਾਂ ਨੂੰ ਅੱਛੀ ਤਰ੍ਹਾਂ ਆਪਣੇ ਬੱਚੇ ਸਮਝ ਕੇ ਪੜ੍ਹਾਵਾਂਗੇ ਤਾਂ ਸਾਡੇ ਬੱਚੇ ਨੂੰ ਪਰਮਾਤਮਾ ਪੜ੍ਹਾਏਗਾ। ਸ਼ਾਇਦ ਉਹਨਾਂ ਦੀ ਇਹ ਗੱਲ ਮੈਂ ਕਦੀ ਨਹੀਂ ਭੁੱਲਦੀ। ਔਰ ਇਸ ਬੱਚੇ ਨੇ ਵੀ 10th ਤੱਕ ਇੱਥੇ ਕੀਤਾ ਹੈ ਤਾਂ ਇਹਦਾ ਇੱਕ ਬੇਸ ਬੜਾ ਸਟਰੋਂਗ ਬਣਾਇਆ ਉਹਨਾਂ ਨੇ। ਜਿੱਥੇ ਤੱਕ ਇਸ ਫੀਲਡ ਦੀ ਗੱਲ ਹੈ ਕਿ ਇਸ ਬੱਚੇ 'ਚ ਸ਼ਾਇਦ ਉਹ ਜਜ਼ਬਾ ਇੱਕ ਨਜ਼ਰ ਆਂਦਾ ਸੀ ਮੈਨੂੰ। ਮੇਰੇ ਲਈ ਇਹ ਪੈਸ਼ਨ ਸੀ ਇਹ ਫੀਲਡ, ਪਰ ਮੈਂ ਕਦੀ ਜ਼ਾਹਿਰ ਨਹੀਂ ਕੀਤੀ ਸੀ ਕਿ ਬੱਚੇ ਨੂੰ ਇਹ ਨਾ ਲੱਗੇ ਕਿ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਪਰ ਇਹਦੇ ਵਿੱਚ ਇੱਕ ਨਜ਼ਰ ਆਂਦਾ ਸੀ ਕਿ ਜਦੋਂ ਇਹ ਸਟੇਜ ਤੇ ਖੜੇ ਹੋ ਕੇ ਬੋਲਦਾ ਸੀ ਕਿ हे ਮੇਰੇ ਭਾਰਤ ਕੇ ਨੌਜਵਾਨੋਂ ਜਾਂ ਮੇਰੇ ਪਿਆਰੇ ਭਾਰਤ ਕੋ ਇਹ ਕਿਆ ਹੋ ਗਿਆ, ਉਹ ਕਿਤੇ ਨਾ ਕਿਤੇ ਝਲਕਦਾ ਸੀਗਾ ਕਿ ਇਹਦੇ ਵਿੱਚ ਇੱਕ ਜਜ਼ਬਾ ਹੈ। ਤੇ ਜਦੋਂ ਅਭਿਨਵ ਨੇ ਬੋਲਿਆ ਕਿ ਪਹਿਲੀ ਵਾਰ ਕਿ ਮੈਂ ਡਿਫੈਂਸ ਵਿੱਚ ਜਾਣਾ ਹੈ, ਉਸ ਸਮੇਂ ਕਿਸ ਤਰ੍ਹਾਂ ਦਾ ਤੁਹਾਡਾ ਰਿਐਕਸ਼ਨ ਸੀਗਾ? ਪਰ ਹੁਣ ਤਾਂ ਸਿਲੈਕਸ਼ਨ ਹੋ ਗਈ ਹੈ ਜੀ, ਹੁਣ ਕਿਵੇਂ ਦਾ ਰਿਐਕਸ਼ਨ ਹੈ? ਸ਼ਾਇਦ ਮੇਰੇ ਲਈ ਉਹ ਬੜੀ ਪ੍ਰਾਊਡ ਮੂਮੈਂਟ ਉਸ ਟਾਈਮ ਹੀ ਸੀ ਜਦੋਂ ਇਹਨੇ ਆਪਣਾ ਜ਼ਾਹਿਰ ਕੀਤਾ ਕਿ ਮੈਂ ਇਸ ਫੀਲਡ ਵਿੱਚ ਜਾਣਾ ਚਾਹੁੰਦਾ। ਔਰ ਜਦੋਂ ਇਹਦੀ AFPI ਵਿੱਚ ਸਿਲੈਕਸ਼ਨ ਹੋਈ ਤਾਂ 48 ਸਟੂਡੈਂਟਸ ਦੀ ਸਿਲੈਕਸ਼ਨ ਹੋਈ। ਮੈਨੂੰ ਅੱਜ ਵੀ ਯਾਦ ਆ ਉਹ ਪਹਿਲਾ ਦਿਨ ਕਿ 47 ਮਦਰਸ ਰੋਈਆਂ ਸੀ ਮੈਨੂੰ ਛੋੜ ਕੇ। ਮੈਂ ਇੱਕ ਸਟਰੋਂਗ ਮਦਰ ਸੀ ਇਹਦੇ ਲਈ, ਔਰ ਇਹਨੂੰ ਸ਼ਾਇਦ ਇਸੇ ਲਈ ਉੱਥੇ ਜਾ ਕੇ ਜ਼ਿਆਦਾ ਮੁਸ਼ਕਿਲਾਂ ਨਹੀਂ ਆਈਆਂ ਕਿਉਂਕਿ ਉੱਥੇ ਬਹੁਤ ਸਖਤੀ ਹੈ, ਬਹੁਤ ਜ਼ਿਆਦਾ ਪਨਿਸ਼ਮੈਂਟਸ ਹੈ। ਔਰ ਇਹ ਇੱਕੋ ਹੀ ਗੱਲ ਕਹਿੰਦਾ ਸੀ ਕਿ ਮੈਨੂੰ ਡਾਇਰੈਕਟਰ ਸਰ ਜਾਂ ਜੋ ਵੀ ਉੱਥੇ ਦੇ ਹੋਰ ਅਥਾਰਟੀਜ਼ ਹੈ, ਉਹ ਅਗਰ ਕੋਈ ਪਨਿਸ਼ ਕਰਦੇ ਹੈ ਜਾਂ ਕੋਈ ਡਾਂਟਦੇ ਹੈ ਜਾਂ ਸਟ੍ਰਿਕਨੈਸ ਹੈ, ਸ਼ਾਇਦ ਮੈਨੂੰ ਫਰਕ ਨਹੀਂ ਪੈਂਦਾ ਕਿਉਂਕਿ ਮੇਰੇ ਮਦਰ ਨੇ ਵੀ ਮੈਨੂੰ ਉਹੀ ਮਾਹੌਲ ਦਿੱਤਾ ਹੈ। ਕਿਉਂਕਿ ਇੱਕ ਪ੍ਰਿੰਸੀਪਲਸ ਬਣਾਉਣੇ ਪੈਣਗੇ ਤੁਹਾਨੂੰ ਲਾਈਫ ਲਈ, ਔਰ ਬੱਚੇ ਨਾਲ ਪਿਆਰ ਆਪਣੀ ਜਗ੍ਹਾ ਹੈ ਲੇਕਿਨ ਉਹਦੇ ਲਈ ਡਿਸਿਪਲਿਨਡ ਹੋਣਾ ਪਏਗਾ। ਔਰ ਉਹ ਇਹਨੂੰ ਸ਼ੁਰੂ ਤੋਂ ਹੀ ਐਜ਼ ਅ ਮਦਰ ਮੈਂ ਦਿੱਤਾ, ਔਰ ਮੈਂ ਇਸ ਲਈ ਪ੍ਰਾਊਡ ਫੀਲ ਕਰਦੀ ਸੀ ਕਿ ਅਗਰ ਮੇਰਾ ਬੱਚਾ ਇਸ ਲਾਈਨ 'ਚ ਜਾ ਰਿਹਾ। ਬਿਲਕੁਲ, ਇਹ ਵੀ ਜਾਣਨਾ ਚਾਹਾਂਗੇ ਜੋ ਅਦਰ ਯੁਵਾ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ, ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਦਾ ਕਾਫੀ ਸਮਾਂ ਚੱਲਿਆ ਹੋਇਆ ਹੈ, ਤੁਸੀਂ ਕੀ ਮੈਸੇਜ ਦਿਓਗੇ ਉਹਨਾਂ ਨੂੰ? ਮੈਂ ਬਿਲਕੁਲ ਅੱਜ ਦੀ ਜਨਰੇਸ਼ਨ ਨੂੰ ਇਹੀ ਕਹਿਣਾ ਚਾਹੂੰਗੀ। ਈਵਨ ਮੈਂ ਆਪਣੇ ਸਕੂਲ ਵਿੱਚ ਵੀ ਜਦੋਂ ਮੈਨੂੰ AFPI ਬਾਰੇ ਪਤਾ ਚੱਲਿਆ ਤਾਂ ਮੈਂ ਬਹੁਤ ਸਾਰੇ ਬੱਚਿਆਂ ਨੂੰ ਨੈਕਸਟ ਜੋ 10th ਲੈਵਲ ਤੇ ਆਉਂਦੇ ਸੀ ਉਹਨਾਂ ਨੂੰ ਕਹਿਣਾ ਸਟਾਰਟ ਕੀਤਾ, ਕਿਉਂਕਿ ਅਸੀਂ ਬਹੁਤ ਛੋਟੇ ਟਾਊਨ 'ਚ ਹੈ, ਸਾਰਿਆਂ ਨੂੰ ਇੰਨੀ ਅਵੇਅਰਨੈਸ ਨਹੀਂ ਹੁੰਦੀ, ਸਾਨੂੰ ਵੀ ਇਸ ਅਕੈਡਮੀ ਬਾਰੇ ਨਹੀਂ ਪਤਾ ਸੀ। ਲੇਕਿਨ ਅੱਜ ਦੀ ਜਨਰੇਸ਼ਨ ਜਿਹੜੀ ਹੈ ਉਹ ਜਿਵੇਂ ਕਿ ਤੁਸੀਂ ਕਿਹਾ ਨਸ਼ਿਆਂ ਜਾਂ ਹੋਰ ਬੁਰਾਈਆਂ ਵਿੱਚ ਆਪਣਾ ਟਾਈਮ ਵੇਸਟ ਕਰਦੀ ਹੈ, ਜਦ ਕਿ ਯੂਥ ਜੋ ਚਾਹੇ ਤਾਂ ਉਹ ਦੇਸ਼ ਕਿਤੇ ਦਾ ਕਿਤੇ ਜਾ ਸਕਦਾ ਹੈ। ਇਸ ਲਈ ਉਹ ਅਗਰ ਫੋਕਸ ਕਰਨ ਕਿ ਅਸੀਂ ਆਪਣੇ ਦੇਸ਼ ਲਈ ਕੁਝ ਕਰਨਾ ਹੈ। ਅਸੀਂ ਜਦੋਂ ਵੀ ਕੋਈ ਟ੍ਰੈਜਡੀ ਹੁੰਦੀ ਹੈ, ਕੋਈ ਜਵਾਨ ਆਂਦਾ ਹੈ ਤਾਂ ਅਸੀਂ ਬੜਾ ਥੋੜੀ ਦੇਰ ਲਈ ਇਮੋਸ਼ਨਲ ਹੁੰਨੇ ਆ, ਉਹਦੇ ਲਈ ਜੈ ਹਿੰਦੁਸਤਾਨ ਔਰ ਸਭ ਕਰਦੇ ਆ। ਸਿਰਫ ਉਹ ਕਰਨਾ ਕਾਫੀ ਨਹੀਂ ਹੈ, ਸਾਨੂੰ ਖੁਦ ਇੱਕ ਜਜ਼ਬਾ ਲਿਆਣਾ ਪਏਗਾ। ਔਰ ਜ਼ਿਆਦਾ ਤੋਂ ਜ਼ਿਆਦਾ ਯੂਥ ਅਗਰ ਇਸ ਫੀਲਡ ਵੱਲ ਆਏਗੀ ਔਰ ਫੋਕਸ ਕਰੇਗੀ ਤਾਂ ਮੈਂ ਸਮਝਾਂਗੀ ਕਿ ਦੇਸ਼ ਲਈ ਸਭ ਤੋਂ ਬੜਾ ਯੋਗਦਾਨ ਹੈ। ਜੀ ਬਿਲਕੁਲ, ਇਹ ਸੀਗੇ ਸਾਡੇ ਨਾਲ ਅਭਿਨਵ ਦੀ ਫੈਮਿਲੀ। ਤੇ ਜਿਵੇਂ ਅਸੀਂ ਗੱਲ ਅਭਿਨਵ ਨਾਲ ਕੀਤੀ ਹੈ, ਅਭਿਨਵ ਦੇ ਪੇਰੈਂਟਸ ਨਾਲ ਗੱਲ ਕੀਤੀ ਹੈ, ਸਾਰਿਆਂ ਦੀ ਅਸੀਂ ਗੱਲਬਾਤ ਤੁਹਾਨੂੰ ਸੁਣਾਈ ਹੈ। ਤੇ ਅਸੀਂ ਵੀ ਚਾਹੁੰਦੇ ਹਾਂ ਕਿ ਅਭਿਨਵ ਵਰਗੇ ਜੋ ਲੜਕੇ ਨੇ ਇੱਕ ਰੋਲ ਮਾਡਲ ਨੇ ਨੰਗਲ ਵਾਸਤੇ, ਨੰਗਲ ਦੇ ਯੁਵਾ ਵਾਸਤੇ ਰੋਲ ਮਾਡਲ ਨੇ। ਤੇ ਅਸੀਂ ਆਸ ਕਰਦੇ ਹਾਂ ਕਿ ਜੋ ਯੁਵਾ ਹੈ ਇਹਨਾਂ ਤੋਂ ਨਸੀਹਤ ਲੈ ਕੇ ਦੇਸ਼ ਦੀ ਸੇਵਾ ਜ਼ਰੂਰ ਕਰਨਗੇ। ਫਿਲਹਾਲ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ।